ਇੱਕ ਹੋਰ ਸਵਾਲ ਆ। ਉਹ ਸਵਾਲ ਇਹ ਆ ਕਿ ਜਦੋਂ 72 ਦੀ ਪੈਲੀ ਆਪਾਂ ਠੱਪ ਕੇ ਹਲ ਸੁਹਾਗੇ ਨਾਲ ਬੀਜਦੇ, ਕਿਆ ਉਹਦੇ ਨਾਲ ਥੱਲੇ ਡੀਏਪੀ ਬਿਹਤਰ ਰਹਿੰਦੀ ਜਾਂ ਉੱਪਰ ਪਾਣੀ ਤੇ ਬਿਹਤਰ ਰਹਿੰਦੀ? ਦੇਖੋ ਜੀ, ਇੱਕ ਹੁੰਦਾ ਵਾ ਰੂਟ ਮੇਕਿੰਗ ਜੀ। ਰੂਟ ਮੇਕਿੰਗ ਉਹਨੂੰ ਕਹਿੰਦੇ ਆ ਕਿ ਜੜ ਦਾ ਬਣਨਾ, ਜੜ ਦੀ ਖਾਦ। ਔਰ ਜੜ ਦੀ ਖਾਦ ਹਮੇਸ਼ਾ ਫਾਸਫੋਰਸੀ ਖਾਦ ਹੁੰਦੀ ਆ। ਅਗਰ ਤਾਂ ਤੁਹਾਡਾ ਰਕਬਾ ਤਾਵਲਾ ਬਾਈ ਹੈਗਾ ਵਾ ਮੈਰਾ ਅੱਛਾ, ਤੇ ਤੁਸੀਂ ਜਨਾਬ ਉਹਨੂੰ ਨਾ ਇੱਕ ਬੋਰੀ ਡੀਏਪੀ ਜਿਹੜੀ ਹੈ ਨਾ, ਔਰ ਹਮੇਸ਼ਾ ਯਾਦ ਰੱਖਣਾ ਡੀਏਪੀ ਤੁਸੀਂ ਕਿਸ਼ਤਾਂ 'ਚ ਦੇਣੀ ਆ। ਡੀਏਪੀ ਦੀ ਸਾਰੀ ਖੁਰਾਕ ਤੁਸੀਂ ਥੱਲੇ ਨਹੀਂ ਦੇ ਦੇਣੀ, ਕਿਉਂਕਿ ਅਸੀਂ ਜੜ ਨੂੰ ਵੀ ਬਣਾਉਣਾ ਵਾ ਤੇ ਉੱਤੇ ਸ਼ਗੂਫਿਆਂ ਨੂੰ ਵੀ ਬਣਾਉਣਾ ਵਾ ਤੇ ਅਸੀਂ ਉਸ ਦੀ ਬੜੋਤਰੀ ਵੀ ਕਰਾਉਣੀ ਆ, ਸਾਰਾ ਕੁਝ ਕਰਨਾ। ਲੇਕਿਨ ਮੈਂ ਇਹ ਕਹਾਂਗਾ ਕਿ ਥੱਲੇ ਖਾਦ ਦੇਣਾ ਬਹੁਤ ਜ਼ਰੂਰੀ ਆ ਜਿਹੜੀ ਤੁਸੀਂ, ਕਿਉਂਕਿ ਖਾਦ ਜਿਹੜੀ ਆ ਨਾ ਡੀਏਪੀ, ਇਹ 22 ਦਿਨ ਤੋਂ ਬਾਅਦ ਆਪਦਾ ਅਸਰ ਰੱਖਦੀ ਹੈ। ਤੇ ਜੇ ਤੁਸੀਂ ਮਤਲਬ ਪਹਿਲੇ ਪਾਣੀ ਤੇ ਖਾਦ ਦਿਓਗੇ ਤੇ 25 ਦਿਨ ਤੇ ਤੁਸੀਂ ਜਾ ਕੇ ਆਪਦੀ ਕੋਰ ਕੱਢਦੇ ਆ, ਤੇ 25 ਦਿਨ ਤੁਸੀਂ ਅਗਲੇ ਪਾ ਲਓ 50 ਦਿਨ, ਤੇ 50 ਦਿਨਾਂ ਦੇ ਵਿੱਚ ਫਿਰ ਤੁਹਾਡੀ ਗੰਦਮ ਨੇ ਕੀ ਕਰਨਾ? ਕੁਛ ਵੀ ਨਹੀਂ ਕਰਨਾ। ਤੁਸੀਂ ਕੋਸ਼ਿਸ਼ ਕਰੋ ਕਿ ਬਜਾਈ ਵੇਲੇ ਜਿਹੜੀ ਹੈ ਨਾ ਡੀਏਪੀ, ਉਹਦੀ ਤੁਸੀਂ ਇੱਕ ਕਿਸ਼ਤ ਲਾਜ਼ਮਨ ਬਜਾਈ ਵੇਲੇ ਦਿਓ। ਥੱਲੇ ਨਾਲ ਬੀਜ ਦੇ ਹੀ ਪੈ ਜਾਏ। ਹਾਂ, ਤੁਸੀਂ ਇਦਾਂ ਕਰਨਾ ਨਾ ਕਿ ਖਾਦ ਦਾ ਛੱਟਾ ਪਹਿਲੇ ਦੇ ਲੈਣਾ, ਡੀਏਪੀ ਉਹ ਥੱਲੇ ਤੁਹਾਡੀ ਰਵੇ, ਤੇ ਹਲਕਾ ਜਿਹਾ ਉੱਤੇ ਸੁਹਾਗਾ ਦੇ ਲੈਣਾ, ਤੇ ਸੁਹਾਗਾ ਦੇਣ ਤੋਂ ਬਾਅਦ ਉੱਤੇ ਬੀਜ ਦਾ ਛੱਟਾ ਕਰਨਾ, ਤੇ ਫਿਰ ਉੱਤੋਂ ਤੁਸੀਂ ਸੁਹਾਗਾ ਦੇ ਦੇਣਾ। ਤੇ ਇਹਦੇ ਨਾਲ ਤੁਹਾਡਾ ਰਿਜ਼ਲਟ ਬਹੁਤ ਅੱਛਾ ਰਹੇਗਾ। ਔਰ ਇਹ ਜ਼ਿੰਦਗੀ 'ਚ ਯਾਦ ਰੱਖਣਾ, ਕੋਈ ਵੀ ਖਾਦ, ਕੋਈ ਵੀ ਫਸਲ ਤੁਸੀਂ ਮਤਲਬ ਗੱਡਦੇ ਆ ਨਾ, ਤੇ ਅਗਰ ਤੁਹਾਡੀ ਜੜ ਮਜ਼ਬੂਤ ਆ ਨਾ, ਤੇ ਤੁਹਾਡਾ ਤਣਾ ਵੀ ਮਜ਼ਬੂਤ ਆ, ਤੁਹਾਡਾ ਪੌਦਾ ਵੀ ਮਜ਼ਬੂਤ ਆ। ਇਹ ਰੂਟ ਮੇਕਿੰਗ ਆ, ਅੱਗੇ ਸ਼ੂਟ ਮੇਕਿੰਗ ਆ, ਤੇ ਤੀਸਰਾ ਸਟੇਜ ਆਉਂਦਾ ਫਰੂਟ ਮੇਕਿੰਗ। ਸਭ ਤੋਂ ਪਹਿਲੇ ਤੁਸੀਂ ਕਾਸ਼ਤ ਕਰਨ ਲੱਗਿਆ ਰੂਟ ਮੇਕਿੰਗ ਨੂੰ ਜ਼ਿਹਨ 'ਚ ਰੱਖਣਾ ਵਾ ਕਿ ਅਸੀਂ ਇਹਦੀ ਜੜ ਦੀ ਪੁਖਤਾ ਬਣਾਉਣੀ, ਇਹਦੀ ਜੜ ਗਹਿਰੀ ਜਾਵੇ, ਇਹਦੀ ਜੜ ਮਜ਼ਬੂਤ ਬਣਾਉਣੀ ਹੈ ਤੁਸੀਂ। ਤੇ ਇਨਸ਼ਾਅੱਲਾ ਤਾਲਾ ਅਗਰ ਤੁਸੀਂ ਇਹਨਾਂ ਤਰੀਕਿਆਂ 'ਤੇ ਅਮਲ ਕਰੋਗੇ ਤੇ ਇਨਸ਼ਾਅੱਲਾ ਭਰਪੂਰ ਔਰ ਅੱਛੀ ਪੈਦਾਵਾਰ ਤੁਸੀਂ ਲਾਓਗੇ। ਹੋਰ ਕੋਈ ਸਵਾਲ? ਬਸ, ਬੜੀ ਮਿਹਰਬਾਨੀ। ਅੱਛਾ ਜੀ, ਚਲੋ ਠੀਕ ਹੈ ਜੀ। ਨੈਕਸਟ ਵੀਡੀਓ ਤੱਕ ਅਸੀਂ ਇਜਾਜ਼ਤ ਚਾਹੁੰਦੇ ਜੀ। ਅੱਲਾ ਹਾਫਿਜ਼।